सतनाम श्री वाहिगुरु साहिब जी। राग माझ महला पंजवा। सारुत सुहावी जित तुध संभाली, सो कम सुहेला जो तेरे काली। सारुत सुहावी जित तुध संभाली, सो कम सुहेला जो तेरे काली। सो हृदा सुहेला जित हृदय तू बुठा, सबना के दातारा जियो। इन्हां पावन पवित्र अंग 97 ते सुभाएमान शब्द है जी, जो सतगुरां की किरपा सदका ये शब्द नूं आपां पढ़ते सुनते हैं जी। जिन्नी क गुरु साहब की किरपा सदका आपां नूं समझ लगी, अखरी अर्थ भाव अर्थ नूं समझदे हां। सो गुरु प्यार वाले ध्यान देना जी। राग माझ महला पंजवा। राग माझ है, महला पंजवा गुरु अर्जन साहब सच्चे पातशाह की बाणी विचों शब्द है। सतगुरु समझाउणा करते ने, सा रुत सुहावी जित तुध संभाली। महाराज कहते वो रुत बहुत सोहनी है, बहुत चंगी है, ਜਿਹੜੇ टाइम ਜਿਹੜੀ रुत ਦੇ ਵਿੱਚ तेरे ਚਰਨਾਂ ਦੇ ਨਾਲ ਮੇਰਾ ਮਨ ਇੱਕਮਿਕ ਹੋ ਜੇ। ਸਿੱਧੀ ਜੀ ਗੱਲ ਆ। ਸੰਭਾਲੀ ਦਾ ਮਤਲਬ ਸਮਾ ਜੇ, ਇੱਕਮਿਕ ਹੋ ਜੇ। ਸੋ ਕੰਮ ਸੁਹੇਲਾ ਜੋ तेरे काली। हे सतगुरु, जो तेरी मर्यादा अनुसार तेरे हुक्म मुताबक तेरी बंदगी मुताबक कोई घालना घाली है, तो महाराज कहता वो मेरा काम सुहेला, बहुत चंगा काम है वो। सो हृदा सुहेला जित हृदय तू बुठा। हृदा मैंने हिरदा जी, मन कह लेने आप भी वो बहुत सौखा है, सोहना है, भागां वाला है, ਜਿਹੜੇ ਹਿਰਦੇ ਘਰ ਵਿੱਚ ਤੂੰ ਵਸਿਆ ਹੋਇਆ ਹੈ ਮਹਾਰਾਜ। ਦੇਹ ਸੋ ਵਾਹਿਗੁਰੂ ਸਭਨਾ ਕੇ ਦਾਤਾਰਾ ਜੀਓ। ਪੂਰੀ ਪੰਕਤੀ ਗਾਇਨ ਕਰ ਲਈਏ ਆਪਾਂ। ਸਾਰੁਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ जो तेरे काली। सो हृदा सुहेला जित हृदय तू बुठा, सबना के दातारा जियो। सारिਆਂ ਨੂੰ ਦਾਤਾਂ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ। ਜਦੋਂ तेरी ਬੰਦਗੀ ਵਿੱਚ ਜੁੜਦਾ, ਮੈਂ तेरे ਨਾਮ ਨਾਲ ਜੁੜਦਾ, तेरे ਚਰਨਾਂ ਦੇ ਨਾਲ, तेरे ਬਚਨਾਂ ਦੇ ਨਾਲ ਮੇਰਾ ਮਨ ਕੁਝ ਸਮੇਂ ਵਾਸਤੇ ਇੱਕਮਿਕ ਹੁੰਦਾ, ਜਾਂ ਜਿਹੜੇ ਮਨ ਵਿੱਚ ਤੂੰ ਵਸਦਾ ਹੈ, ਟਿਕਿਆ ਹੈ ਮਹਾਰਾਜ ਸੱਚੇ ਸਤਿਗੁਰੂ। ਅਕਾਲ ਪੁਰਖ ਵਾਹਿਗੁਰੂ ਕਣ ਕਣ ਵਿੱਚ ਵਸਦਾ ਜੀ। ਧਿਆਨ ਦੇਣਾ, ਉਹ ਕਣ ਕਣ ਵਿੱਚ ਹੀ ਵਸਦਾ। ਜਿਹੜੇ ਵੀ ਜੀਵ ਨੂੰ ਪੈਦਾ ਕੀਤਾ ਉਹਨੇ, ਪੇੜ ਪੌਦਾ, ਪਸ਼ੂ ਪੰਛੀ, ਜੀਵ ਜੰਤੂ ਸਾਰਿਆਂ 'ਚ ਵਸਦਾ। ਪਰ ਇਹ ਜਿਹੜੇ ਹਿਰਦੇ ਦੀ ਗੱਲ ਕਰੀ ਆ ਵੀ ਜਿਹਦੇ ਵਿੱਚ ਤੂੰ ਵਸਦਾ, ਇਹ ਗੁਰੂ ਦੇ ਗਿਆਨ ਦੀ ਗੱਲ ਆ ਵੀ ਇਹ ਸੱਚੇ ਸਤਿਗੁਰੂ ਜਿਹੜੇ ਹਿਰਦੇ ਘਰ ਵਿੱਚ ਤੇਰਾ ਗਿਆਨ ਵਸਦਾ, ਇਹ ਗੱਲ ਆ ਇੱਧਰਲੀ। ਤੇਰੇ ਸਿਧਾਂਤ 'ਤੇ ਚੱਲਣ ਵਾਲੇ ਨੇ। ਸਭਨਾ ਕੇ ਦਾਤਾਰਾ ਜੀਓ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ।
ਉਸ ਤਰ੍ਹਾਂ ਉਹਦੀ ਜੋਤ ਸਾਰਿਆਂ ਵਿੱਚ ਹੈ। ਧਿਆਨ ਦੇਣਾ ਜੀ, ਕਈ ਵਾਰੀ ਕੋਈ ਸਵਾਲ ਕਰ ਦਿੰਦਾ ਵੀ ਦੂਜਿਆਂ 'ਚ ਨਹੀਂ ਵੱਸਦਾ ਜੀ, ਵੱਸਦਾ ਸਾਰਿਆਂ 'ਚ ਹੀ ਵੱਸਦਾ, ਕਿਉਂਕਿ ਕਣ ਕਣ ਵਿੱਚ ਵੱਸਦਾ ਰਮਿਆ ਹੋਇਆ ਰਾਮ, ਜਿਹਨੂੰ ਆਪਾਂ ਰਾਮ ਕਹਿੰਦੇ ਹਾਂ, ਉਹ ਰਮੇ ਹੋਏ ਤੋਂ ਭਾਵ ਆ ਕਣ ਕਣ ਵਿੱਚ ਰਮਿਆ ਹੋਇਆ। ਇੱਕ ਜਿਹੜਾ ਰਹਿੰਦਾ ਹਿਰਦੇ ਘਰ ਵਿੱਚ, ਜਿਹਦੇ ਵੱਸਦਾ ਸਦਾ ਹੀ, ਯਾਦ ਰੱਖਦਾ ਜਿਹੜਾ ਇਨਸਾਨ ਅਕਾਲ ਪੁਰਖ ਵਾਹਿਗੁਰੂ ਨੂੰ ਅਤੇ ਗੁਰੂ ਨੂੰ, ਉਹਦੀਆਂ ਦਾਤਾਂ ਨੂੰ ਯਾਦ ਰੱਖਦਾ ਵੀ ਅਕਾਲ ਪੁਰਖ ਵਾਹਿਗੁਰੂ ਤੂੰ ਮੈਨੂੰ ਸੋਹਣਾ ਸੁੰਦਰ ਸਰੀਰ ਦਿੱਤਾ, ਦਾਤਾਂ ਦਿੱਤੀਆਂ ਨੇ। ਇਹ ਪੰਗਤੀ ਇਹ ਕਹਿ ਰਹੀ ਹੈ ਇੱਥੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੂੰ ਸਾਂਝਾ ਸਾਹਿਬ ਆ ਸਾਰਿਆਂ ਦਾ। ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆ ਕੇ ਨਮਸਕਾਰ ਕਰਦੇ ਹਾਂ, ਬਾਣੀ ਪੜ੍ਹਨ ਵਾਲੇ ਬਾਣੀ ਪੜ੍ਹਦੇ ਨੇ, ਸੁਣਨ ਵਾਲੇ ਸੁਣਦੇ ਨੇ। ਇਹ ਆਪਣਾ ਬਾਪ ਸਾਂਝਾ ਹੈ ਸਾਰਿਆਂ ਦਾ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀਵ ਆਤਮਾ ਦਾ ਬਾਪ ਹੈ, ਸਰੀਰ ਦਾ ਵੀ ਬਾਪ ਉਹੀ ਹੈ। ਧਿਆਨ ਦੇਣਾ ਜੀ, ਕਿਉਂਕਿ ਕਈ ਵਾਰੀ ਜਿਵੇਂ ਚਾਰ ਵਰਨਾਂ ਦੀ ਗੱਲ ਗੁਰਬਾਣੀ ਨੇ ਤਾਂ ਸਮਝਾਇਆ, ਗੁਰਬਾਣੀ ਨੇ ਚਾਰ ਵਰਨਾਂ 'ਚ ਵੰਡਿਆ ਨਹੀਂ। ਚਾਰ ਵਰਨਾਂ ਵਿੱਚ ਜਿਹੜਾ ਮਨੂ ਸਿਮਰਤੀ ਕੋਈ ਗ੍ਰੰਥ ਆ, ਉਹਨੇ ਚਾਰ ਵਰਨਾਂ ਵਿੱਚ ਮਨੁੱਖਤਾ ਨੂੰ ਵੰਡਿਆ। ਖੱਤਰੀ ਬ੍ਰਾਹਮਣ ਸੂਦ ਵੈਸ, ਚਾਰ ਵਰਨ ਖੜੇ ਕਰਤੇ। ਇਹ ਤਾਂ ਮਹਾਰਾਜ ਨੇ ਸਮਝਾਇਆ ਚਾਰ ਵਰਨਾਂ ਨੂੰ, ਚਾਰ ਵਰਨਾਂ 'ਚ ਵੰਡਿਆ ਨਹੀਂ। ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਅਤੇ ਇੱਕੋ ਹੀ ਉਹਦੀ ਦਾਤ ਹੈ। ਮਨੁੱਖਤਾ ਇੱਕ ਹੈ, ਸਰੀਰ ਕਰਕੇ ਬੀਬੀ ਹੈ ਚਾਹੇ ਭਾਈ ਹੈ। ਚਲੋ ਇਹ ਵੀ ਗੱਲ ਸਮਝਣ ਵਾਲੀ ਸੀ। ਇਹ ਜਿਵੇਂ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਅਕਾਲ ਪੁਰਖ ਵਾਹਿਗੁਰੂ ਜੀਵ ਆਤਮਾ ਦੇ ਤਲ 'ਤੇ ਇੱਕੋ ਇੱਕ ਹੀ ਹੈ ਅਕਾਲ ਪੁਰਖ ਵਾਹਿਗੁਰੂ। ਧਾਰਮਿਕ ਤਲ 'ਤੇ ਆਪਣੇ ਮਾਤਾ ਪਿਤਾ ਜੀ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ, ਇਤਿਹਾਸ ਵਿੱਚ ਆਪਾਂ ਨਾਂ ਲੈਂਦੇ ਹਾਂ। ਅਤੇ ਸਰੀਰ ਦੇ ਮਾਤਾ ਪਿਤਾ ਵੱਖਰੇ ਵੱਖਰੇ ਆਪਣੇ ਸਾਰਿਆਂ ਦੇ। ਸਰੀਰਕ ਤਲ 'ਤੇ ਮਾਤਾ ਪਿਤਾ ਵੱਖਰੇ ਨੇ, ਵੱਖਰੇ ਵੱਖਰੇ ਨੇ। ਧਾਰਮਿਕ ਤਲ 'ਤੇ ਆਪਣੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਮਾਤਾ ਸਾਹਿਬ ਕੌਰ ਜੀ ਮਾਤਾ ਪਿਤਾ। ਆਤਮਿਕ ਤਲ 'ਤੇ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਸਾਰਿਆਂ ਦਾ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ। ਇੱਥੇ ਇਹ ਪੰਗਤੀ ਵਿੱਚੋਂ ਆਪਾਂ ਨੂੰ ਇਹ ਸਮਝ ਆ ਰਹੀ ਹੈ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਨੌ ਨਿਧੀਆਂ ਦੇ ਨਾਲ ਤੇਰੇ ਭੰਡਾਰ ਭਰੇ ਪਏ ਨੇ, ਨਾ ਮੁੱਕਣ ਵਾਲੇ। ਅਖੁੱਟ ਦਾ ਮਤਲਬ ਬਹੁਤ ਸਾਰੇ। ਨੌ ਨਿਧ ਤੇਰੇ ਅਖੁੱਟ ਭੰਡਾਰਾ। ਅਗਲੇ ਬੰਦ 'ਚ, ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੇ, ਸੋਈ ਭਗਤ ਤੁਮਾਰਾ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜਿਸ ਨੂੰ ਤੂੰ ਇਹ ਦਾਤ ਬਖਸ਼ਦਾ ਨਾ, ਉਹ ਤ੍ਰਿਪਤ ਹੋ ਜਾਂਦਾ ਜੀਵ, ਉਹੀ ਤੇਰਾ ਭਗਤ ਅਖਵਾਉਣ ਦੇ ਲਾਇਕ ਹੈ, ਜੋ ਤੇਰੀ ਦਾਤ ਦੀ ਸੰਭਾਲ ਕਰਦਾ, ਜੋ ਤੇਰੇ ਦਾਤ ਦਿੱਤੀ ਹੋਈ ਦਾਤ ਦਾ ਸ਼ੁਕਰਾਨਾ ਕਰਦਾ। ਨਹੀਂ ਤਾਂ ਭਾਈ ਆਪਾਂ ਸਾਰੇ ਅਕਿਰਤ ਕਹਾਣੀ ਹੈ, ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤੀ ਜਾਂਦੇ ਹਾਂ ਅਤੇ ਉਹਦਾ ਨਾਮ ਨਹੀਂ ਜਪਦੇ, ਉਹਨੂੰ ਯਾਦ ਨਹੀਂ ਕਰਦੇ ਦੇਣ ਵਾਲੇ ਨੂੰ। ਮਹਾਰਾਜ ਕਿਹੜਾ ਕਰਦੇ ਨੇ, ਜਿਸ ਤੂੰ ਦੇਹ ਸੋ ਤ੍ਰਿਪਤ ਅਗਾਵੇ, ਸੋਈ ਭਗਤ ਤੁਮਾਰਾ ਜੀਓ। ਜਿਹੜਾ ਤੇਰਾ ਸ਼ੁਕਰਾਨੇ ਵਿੱਚ ਆ, ਮਨੁੱਖ ਬੀਬੀ ਆ ਚਾਹੇ ਭਾਈ ਆ,
तेरियां दातां दित्तियां होइयां दी कदर करदा ਉਹੀ तेरा भगत है। सबको आसे तेरी बैठा, सारे जीव तेरी आस लगाई बैठे ने सतगुरु, क्योंकि दाता ही तू है इको एक। सबको आसे तेरी बैठा, घट घट अंतर तू है बूठा। घट घट दे विच सारियां दे अंदर तेरा ही वासा है महाराज अकाल पुरख वाहिगुरू जी। सब्बे सांझी वाल सदैन, तू किसे न दिसे बाहरा जीओ। तू किसे तो बाहर नहीं है, सारियां दे विच तेरी जोत है। तू आपे गुरमुख मुक्त कराए, तू आपे गुरमुखां नूं मुक्त करा लेना कास तो, विषयां विकारां तो, वहमां भरमां तो, जो भी किसी भी किस्म की भटकणां दे विच है जीव, जदों गुरमुख हुंदा गुरु दे कहणे मुताबक चलदा उन्हां नूं मुक्त करा लैंदा उधरों। तू आपे गुरमुख मुक्त कराए, तू आपे मनमुख जन्म पवाए। मनमुखां नूं तू भटकना च पा दिना, वो भटकते फिरदे ने। नानक दास तेरे बलिहारे, सब तेरा खेल दसारा जीओ। गुरु महाराज कहते ने हे सच्चे पातशाह, नानक तेरे दासां दे बलिहार है, नानक तेरा दास है तो इत्थों बलिहार है। सब तेरा खेल दसारा जीओ, तो सारियां विच पूरा पूरा दिसदा, सारा तेरा ही खेल है। अगला शब्द महाराज कहते ने माझ महला पंजवां, अनहद बाजे सहज सुहेला, शब्द आनंद करे सद केला। अनहद बाजे सहज सुहेला का भाव आ भी किसी साज बजाए तो बगैर कोई धुन चल पैनी, बगैर बजाए किसी साज बजाए तो बगैर कोई धुन ਕੰਨ ਵਿੱਚ ਪੈਣੀ, कोई आवाज़, कोई संगीत कह लो, ये वो अनहद बाजा। अनहद बाजे सहज सुहेला, शब्द आनंद करे सद केला। फिर वो जो शब्द अनहद शब्द हिरदे घर में चलता ना, जो सुरत के कन्ना के राही सानू सुनाई दिंदा, फिर सदा जिंदगी आनंदमई बन जाती है। शब्द आनंद करे सद केला, केला का मतलब खुशियां आनंद जिंदगी दे विच चढ़दी कला सदा ही, किसी किस्म का कोई फिक्र झोरा नहीं, सदा आनंद विच खिड़िया रहना। ये फिर वो अवस्था बनती है जदों अनहद बाजे सहज सुहेला, वो जो सहज आ जाता ना मन के विच, उदों वो धुनां सुनाई दिंदियां जी, अनहद बाजे बजदे आ उदों। सहज दे विच आउणा गुरु के ज्ञान मुताबक आ जी, गुरु का ज्ञान पल्ले होएगा तो साडे मन ने टकाओ विच आउणा, नहीं तो दसां दिशावां विच उडारियां मारदा। ਆਪਾਂ ਕੱਲ भी गल करी सी, ਅੱਖ ਦੇ ਝਮਕਣ ਦੇ ਸਮੇਂ ਤੋਂ ਪਹਿਲਾਂ ਹਜ਼ਾਰਾਂ ਕਿਲੋਮੀਟਰ दूरी तय कर ਜਾਂਦਾ ਮਨ, ਇੰਨੀ ਸਪੀਡ ਹੁੰਦੀ ਹੈ ਇਹਦੀ। ਤੇ ਸ਼ਬਦ ਇਹਨੂੰ ਬ੍ਰੇਕ ਸ਼ਬਦ ਲਾਉਂਦਾ, ਗੁਰੂ ਦਾ ਸ਼ਬਦ ਬ੍ਰੇਕ ਲਾਉਂਦਾ ਮਨ ਨੂੰ। ਸਤਿਗੁਰੂ ਕਹਿਣਾ ਕਰਦੇ ਨੇ सहज गुफा में ताड़ी लाई, आसन ऊच सवारिया जियो। सहजता दे विच टकाओ बन गया, ताड़ी लाई का मतलब टिक गया। जिवें आपां शरीर नूं चौंकड़ा ला के एक मन होके अंतर ध्यान होके बैठ जाने, इहनूं ताड़ी कहंदे आ। ये बाहरी ताड़ी है, जे किते मन की ताड़ी लग जाए ना, मन इस तरह टिक जाए साडा। जिवें आपां बहुत बारी शरीर नूं गुरुद्वारे आ के आपां गुरु की हजूरी में बैठ के आप चौंकड़ा ला के एक मन हो के अखां बंद करके अपने शरीर में ऐन टका के बैठ जाने, इनू ताड़ी कहते हैं, समाधि जिन्हों कहते हैं जी। जे किते मन की समाधि लग जे
ਤਾਂ ਬਸ ਰੱਬ ਮਿਲ ਗਿਆ। ਫਿਰ ਮਨ ਹੀ ਨਹੀਂ ਸਮਾਧੀ ਲਾਉਂਦਾ। ਸਰੀਰ ਤਾਂ ਬਥੇਰੀਆਂ ਸਮਾਧੀਆਂ ਲਾ ਲੈਂਦਾ, ਕਿਤੇ ਮਨ ਸਮਾਧੀ ਲਾ ਲਵੇ ਨਾ, ਟਿਕ ਜੇ ਗੁਰੂ ਦੇ ਗਿਆਨ ਮੁਤਾਬਕ, ਗੁਰੂ ਦੇ ਚਰਨਾਂ ਵਿੱਚ ਟਿਕ ਜੇ, ਇੱਧਰ ਉੱਧਰ ਦੀਆਂ ਭਟਕਣਾ ਛੱਡ ਦੇਵੇ, ਬਸ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਬਾਹਰੀ ਧਾਰਨਾ ਭਾਵੇਂ ਇਹ, ਪਰ ਵਿਕਾਰਾਂ ਵਾਲਿਓ ਮਨ ਨੂੰ ਮੋੜ ਲਾ ਤੇ ਗੁਰੂ ਦੇ ਗਿਆਨ ਨਾਲ ਨੂੰ ਜੋੜ ਲਾ, ਬਸ ਰੱਬ ਮਿਲ ਗਿਆ। ਮਹਾਰਾਜ ਸਮਝਾਉਣਾ ਕਰਦੇ ਨੇ, ਅਨਹਦ ਬਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ। ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜੀਓ। ਸਾਡਾ ਬਹੁਤ ਉੱਚਾ ਆਸਣ ਬਣ ਜਾਏਗਾ ਜਦੋਂ ਸਾਡੇ ਮਨ ਦੀ ਤਾੜੀ ਲੱਗ ਗਈ, ਸਹਿਜ ਵਿੱਚ ਆ ਗਿਆ, ਮਨ ਟਿਕਾਓ ਵਿੱਚ ਆ ਗਿਆ। ਅਗਲੇ ਬੰਦ 'ਚ ਮਹਾਰਾਜ ਕਹਿੰਦੇ ਨੇ, ਫਿਰ ਘਰ ਆਪਣੇ ਗ੍ਰਹਿ ਮੈਂ ਆਇਆ। ਫਿਰ ਸਮਝ ਲਓ ਤੁਸੀਂ ਆਪਣਾ ਮਨ ਆਪਣੇ ਗ੍ਰਹਿ ਦੇ ਵਿੱਚ, ਗ੍ਰਹਿ ਮੈਨੇ ਘਰ, ਆਪਣੇ ਹਿਰਦੇ ਘਰ ਵਿੱਚ ਆ ਗਿਆ, ਟਿਕ ਗਿਆ, ਬਸ ਗਿਆ ਕਹਿ ਲਓ। ਜਦੋਂ ਆਪਣੇ ਹਿਰਦੇ ਘਰ ਵਿੱਚ ਮਨ ਵਸ ਗਿਆ, ਉਦੋਂ ਇਹ ਅਕਾਲ ਪੁਰਖ ਵਾਹਿਗੁਰੂ ਦੀ, ਗੁਰੂ ਦੀ ਬਾਣੀ ਨੇ ਟਿਕਾਉਣਾ ਜੀ ਇਹਨੂੰ। ਆਪਾਂ ਪਹਿਲਾਂ ਵੀ ਗੱਲ ਕਰ ਲਈ, ਨਹੀਂ ਤਾਂ ਡਾਰੀਆਂ ਬਹੁਤ ਮਾਰਦਾ। ਗੁਰਦੁਆਰੇ ਬੈਠਾ ਗੁਰੂ ਦੀ ਗੱਲ ਸੁਣਦਾ ਸੁਣਦਾ, ਕਥਾ ਕਰਦਾ ਕਰਦਾ ਉੱਡ ਜਾਂਦਾ ਕਿਸੇ ਪਾਸੇ ਨੂੰ। ਮਹਾਰਾਜ ਕਿਰਪਾ ਕਰਨ, ਸਾਨੂੰ ਗਿਆਨ ਦੀ ਦਾਤ ਬਖਸ਼ਣ, ਆਪਦੇ ਚਰਨਾਂ ਨਾਲ ਜੋੜ ਕੇ ਰੱਖਣੇ, ਅਰਦਾਸ ਕਰੀਏ। ਮਹਾਰਾਜ ਫਿਰ ਕਹਿੰਦੇ ਨੇ, ਫਿਰ ਘਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀ ਦਾ ਸੋਈ ਪਾਇਆ। ਜੋ ਫਿਰ ਮਨ ਨੂੰ ਲੋੜ ਸੀ ਨਾ, ਉਹ ਇਹਨੇ ਪ੍ਰਾਪਤ ਕਰ ਲਈ। ਮਨ ਪ੍ਰਾਪਤ ਉਦੋਂ ਕਰੇਗਾ ਜਦੋਂ ਟਿਕੇਗਾ ਜੀ। ਟਿਕੇਗਾ ਕਦੋਂ? ਜਦੋਂ ਗੁਰੂ ਤੋਂ ਗਿਆਨ ਲਏਗਾ। ਕਿਉਂਕਿ ਮਨ ਨੂੰ ਕੰਟਰੋਲ ਕਰਨਾ ਗੁਰੂ ਦਾ ਗਿਆਨ ਹੀ ਕੰਟਰੋਲ ਕਰ ਸਕਦਾ, ਹੋਰ ਕੋਈ ਵੀ ਪਾਵਰ ਨਹੀਂ ਬਣੀ ਮਨ ਨੂੰ ਕੰਟਰੋਲ ਕਰਨ ਵਾਸਤੇ। ਵੀ ਜੇ ਆਪਾਂ ਕਹਿ ਲਈਏ ਦਾਤਾਂ ਆ ਗਈਆਂ ਵੱਡੀਆਂ, ਚੱਲ ਵੱਡਾ ਕੋਠੀ ਵੱਡੀ ਬਣ ਗਈ ਜੀ, ਬਹੁਤ ਵੱਡੀਆਂ ਵੱਡੀਆਂ ਗੱਡੀਆਂ ਵੀ ਆ ਗਈਆਂ, ਸੁੱਖ ਸਹੂਲਤਾਂ ਸਾਰੀਆਂ ਨੇ, ਪਰਿਵਾਰ ਵੀ ਸੁਖੀ ਆ, ਵੀ ਮਨ ਕੰਟਰੋਲ 'ਚ ਨਾ, ਉਹਨੇ ਹੋਰ ਵੱਧ ਜਾਣਾ ਗਾਹਾਂ ਨੂੰ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਮਹਾਰਾਜ ਨੇ ਜਪਜੀ ਸਾਹਿਬ 'ਚ ਹੀ ਲਿਖਿਆ ਵੀ ਇਹ ਮਨ ਦੀ ਭੁੱਖ ਕਦੇ ਨਹੀਂ ਉਤਰਦੀ, ਭਲਾ ਪੁਰੀਆਂ ਦਾ ਭਾਰ ਬੰਨ੍ਹ ਦਿਓ ਜੀ। ਪੁਰੀਆਂ ਦਾ ਮਤਲਬ ਇੱਕ ਆਹ ਧਰਤੀ ਹੋ ਗਈ, ਇੱਕ ਇੰਦਰਪੁਰੀ ਹੋ ਗਈ, ਇੱਕ ਹੋਰ ਪੁਰੀਆਂ ਹੋ ਗਈਆਂ, ਜਿੰਨੀਆਂ ਮਰਜ਼ੀ ਪੁਰੀਆਂ ਦਾ ਭਾਰ ਬੰਨ੍ਹ ਦਿਓ, ਵੀ ਮਤਲਬ ਸਾਰੀ ਸੰਸਾਰ ਦੀ ਦੌਲਤ ਖਜ਼ਾਨਾ ਇਕੱਠਾ ਕਰਕੇ ਇਹਨੂੰ ਦੇ ਦਿਓ। ਇਹ ਭੁੱਖ ਇਹਦੀ ਲੈਂਦੀ ਨਹੀਂ ਮਨ ਦੀ। ਮਨ ਦੀ ਭੁੱਖ ਕਦੋਂ ਲੈਂਦੀ ਆ, ਮਨ ਤ੍ਰਿਪਤ ਕਦੋਂ ਹੁੰਦਾ? ਜਦੋਂ ਗੁਰੂ ਦਾ ਗਿਆਨ ਪੱਲੇ ਆ ਜਾਂਦਾ ਤੇ ਪ੍ਰਭੂ ਪਰਮਾਤਮਾ ਦਾ ਨਾਮ, ਉਦੋਂ ਇਹ ਭੁੱਖ ਲੈਂਦੀ ਆ ਇਹਦੀ। ਮਹਾਰਾਜ ਕਹਿਣਾ ਕਰਦੇ ਨੇ, ਫਿਰ ਘਰ ਆਪਣੇ ਗ੍ਰਹਿ ਮੈਂ ਆਇਆ, ਸੋ ਜੋ ਲੋੜੀ ਦਾ ਸੋਈ ਪਾਇਆ। ਫਿਰ ਇਹ ਮਨ ਨਾ, ਜਿਹੜੀ ਇਹਦੀ ਅਸਲੀ ਦਾਤ ਹੈ, ਉਹ ਇਹਨੂੰ ਪ੍ਰਾਪਤ ਹੋ ਜਾਂਦੀ ਹੈ, ਜੋ ਇਹਨੂੰ ਚਾਹੀਦੀ ਹੈ ਮਨ ਨੂੰ। ਫਿਰ ਇਹ ਕੰਟਰੋਲ ਵਿੱਚ ਆ ਜਾਂਦਾ। ਅੱਗੇ ਮਹਾਰਾਜ ਕਹਿਣਾ ਕਰਦੇ ਨੇ, ਤ੍ਰਿਪਤ ਅਗਾਏ ਰਹਿਆ ਹੈ ਸੰਤੋ, ਗੁਰ ਅਨਭਵ ਪੁਰਖ ਦਿਖਾਰਿਆ ਜੀਓ। ਤ੍ਰਿਪਤ ਦਾ ਮਤਲਬ ਰੱਜ ਜਾਣਾ, ਪਿਆਸ ਬੁੱਝ ਜਾਣੀ। ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੁਰ ਅਨਭਵ ਪੁਰਖ ਦਿਖਾਰਿਆ ਜੀਓ। ਗੁਰੂ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਾਤੇ ਸਾਨੂੰ। ਸਿੱਧੀ ਜੀ ਗੱਲ ਸਮਝ ਲੈਂਦੇ ਚਲੋ। ਆਪੇ ਰਾਜਨ ਆਪੇ ਲੋਗਾ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਹੀ ਰਾਜਾ ਹੈ ਤੇ ਆਪੇ ਹੀ ਪਰਜਾ ਹੈ, ਐਂ ਕਹਿ ਲੈਂਦੇ ਹਾਂ। ਲੋਕ ਦੇ ਵਿੱਚ ਲੋਕ ਵੀ ਆਪ ਹੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਵੀ ਆਪ ਹੀ ਹੈ। ਇੱਕੋ ਇੱਕ ਦੀ ਪਾਵਰ ਹੈ। ਜਿਵੇਂ ਆਪਾਂ ਪਿਛਲੇ ਸ਼ਬਦ 'ਚ ਪੜ੍ਹ ਕੇ ਆਏ ਸੀ, ਸੋਨਾ ਤੇ ਕੜਾ, ਉਹ ਦੋ ਤਾਂ ਨਹੀਂ ਹੈ ਨਾ। ਇੰਨਾ ਕਾ ਵੀ ਉਹ ਸੋਨੇ ਦਾ ਕੜਾ ਬਣ ਗਿਆ, ਜਾਂ ਕੋਈ ਸੋਨੇ ਦੀ ਕੋਈ ਹੋਰ ਗਹਿਣਾ ਬਣ ਗਿਆ।
ਠੀਕ ਹੈ ਜੀ। ਉਹ ਪਰ ਵੱਖਰਾ ਤਾਂ ਨਹੀਂ ਹੈ ਤਾਂ ਸੋਨੇ ਦਾ ਹੀ ਹੈ ਨਾ। ਇਸ ਤਰ੍ਹਾਂ ਹੀ ਜਿਹੜਾ ਆ ਸਰੀਰ ਬਣਿਆ, ਸਾਨੂੰ ਮਨੁੱਖਾ ਜਨਮ ਮਿਲਿਆ, ਇਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਪਾਰਟ ਹੈ, ਉਹਦੇ ਵਿੱਚੋਂ ਹੀ ਬਣਿਆ, ਇਹ ਵੱਖਰਾ ਨਹੀਂ ਹੈ। ਸਤਿਗੁਰੂ ਕਹਿਣਾ ਕਰਦੇ ਨੇ ਇਸ ਸ਼ਬਦ ਵਿੱਚ, ਆਪੇ ਰਾਜਨ ਆਪੇ ਲੋਕਾਂ, ਇਹ ਵੀ ਭਾਵ ਉਹੀ ਬਣਦਾ ਜੀ। ਆਪ ਨਿਰਵਾਣੀ ਆਪੇ ਭੋਗਾ, ਆਪ ਹੀ ਪੈਦਾ ਕਰਨ ਵਾਲਾ ਤੇ ਆਪੇ ਹੀ ਭੋਗਣ ਵਾਲਾ। ਆਪੇ ਤਖਤ ਬਹਿ ਸਚ ਨਿਆਈ, ਆਪੇ ਹੀ ਤਖਤ ਤੇ ਬਹਿਣ ਵਾਲਾ, ਆਪੇ ਨਿਉ ਕਰਨ ਵਾਲਾ। ਸਭ ਚੂਕੀ ਕੂਕ ਪੁਕਾਰਿਆ ਜੀਓ। ਫਿਰ ਗੁਰਮੁਖ ਪਿਆਰਿਆਂ ਦੀ ਇਹ ਬਣ ਜਾਂਦੀ ਆ ਅਵਸਥਾ, ਫਿਰ ਸਾਡੀ ਕੂਕ ਪੁਕਾਰ ਦੂਰ ਹੋ ਜਾਂਦੀ ਆ। ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਇੱਕ ਪੰਗਤੀ ਹੁੰਦੀ ਹੈ, ਜੈਸਾ ਡਿੱਠਾ ਤੈਸੋ ਹੀ ਮੈਂ ਦੇਖ, ਵੀ ਜਿਹੋ ਜਿਹਾ ਮੈਂ ਸੁਣਿਆ ਸੀ ਉਹੋ ਜਿਹਾ ਹੀ ਮੈਂ ਦੇਖ ਲਿਆ। ਜਿਹਾ ਡਿੱਠਾ ਜਿਹੋ ਜਿਹਾ ਮੈਂ ਦੇਖਿਆ, ਮੈਂ ਤੇ ਹੋ ਕਹਿਆ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੋ ਜਿਹਾ ਮੈਂ ਤੈਨੂੰ ਦੇਖਿਆ ਮੈਂ ਉਹੋ ਜਿਹੀ ਗੱਲ ਹੀ ਕਰੀ ਆ ਤੇਰੀ, ਮੈਂ ਵਾਧਾ ਘਾਟਾ ਨਹੀਂ ਕੁਛ ਕਰਿਆ ਇਹਦੇ ਵਿੱਚ। ਮਹਾਰਾਜ ਕਹਿੰਦੇ ਕੋਈ ਵਧਾ ਕੇ ਨਹੀਂ ਮੈਂ ਗੱਲ ਕਰੀ ਜਿਵੇਂ ਹੁਣ ਵਾਲੇ ਕਰਦੇ ਨੇ। ਜਿਹੜੇ ਬਾਬੇ ਦੇ ਸਿੱਖ ਆ, ਜਿਹੜੇ ਬਾਬੇ ਦੇ ਚੇਲੇ ਆ, ਜਿਹੜੇ ਬਾਬੇ ਦੇ ਉਹ ਮਤਲਬ ਪੈਰੋਕਾਰ ਆ, ਉਹ ਉਸੇ ਦੀ ਵਡਿਆਈ ਕਰਦੇ ਨੇ ਵਧਾ ਕੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜਿਹੋ ਜਿਹਾ ਮੈਂ ਦੇਖਿਆ ਉਹੋ ਜਿਹਾ ਹੀ ਕਿਹਾ, ਮੈਂ ਵੱਧ ਨਹੀਂ ਕਿਹਾ ਨਾ ਘੱਟ ਕਿਹਾ। ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਉਹਨੂੰ ਇਹਦਾ ਰਸ ਆਉਂਦਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ, ਜਿਨ੍ਹਾਂ ਨੇ ਇਹਦਾ ਭੇਦ ਜਾਣਿਆ ਕੁਛ। ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਦੀ ਬਾਣੀ ਪੜ੍ਹੀ ਤੇ ਸੁਣੀ, ਉਹਨੂੰ ਹੀ ਪਤਾ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ। ਨਹੀਂ ਤਾਂ ਆਪਾਂ ਸਾਰੇ, ਮੈਂ ਵੀ ਤੁਹਾਡੇ ਬੱਚੇ ਹੀ ਹਾਂ, ਜ਼ਿਆਦਾ ਮੱਥਾ ਟੇਕਣ ਤੱਕ ਹੀ ਸੀਮਤ ਹਾਂ, ਵੀ ਚਲੋ ਜੀ ਗੁਰਦੁਆਰੇ ਚੱਲਦੇ ਹਾਂ, ਮੱਥਾ ਟੇਕਿਆ, 2 ਪਤਾਸੇ ਲਏ, ਘਰ ਨੂੰ ਚਲੇ ਗਏ। ਜ਼ਿਆਦਾ ਕਰਕੇ ਸੰਸਾਰ ਦੀ ਬਿਰਤੀ ਇਹੀ ਹੈ। ਪਰ ਜੋ ਇਹ ਪੰਗਤੀ ਕਹਿ ਰਹੀ ਹੈ, ਗੁਰੂ ਦੇ ਬਚਨ ਜੋ ਕਹਿ ਰਹੇ ਨੇ, ਜਿਹਾ ਡਿੱਠਾ ਮੈਂ ਤੇ ਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ। ਉਹਨੂੰ ਫਿਰ ਬਾਣੀ ਦਾ ਰਸ ਆਉਣ ਲੱਗ ਜਾਂਦਾ, ਜਿਹਨੂੰ ਸਮਝ ਆਉਣ ਲੱਗ ਜਾਂਦੀ ਹੈ। ਸਿੱਧੀ ਜੀ ਗੱਲ ਕਰੀਏ ਤਾਂ ਜਿਹਨੂੰ ਸਮਝ ਆਉਣ ਲੱਗੀ ਨਾ ਵੀ ਸਤਿਗੁਰੂ ਐਂ ਕਹਿੰਦੇ ਨੇ, ਸਤਿਗੁਰੂ ਇੰਝ ਸਮਝਾਉਂਦੇ ਨੇ, ਉਹਨੂੰ ਫਿਰ ਆਨੰਦ ਆਉਣ ਲੱਗ ਜਾਂਦਾ ਬਾਣੀ ਦੀ, ਜਦੋਂ ਸਮਝ ਆਉਣ ਲੱਗ ਜਾਂਦੀ ਹੈ। ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ। ਜਦੋਂ ਗੁਰੂ ਦੇ ਗਿਆਨ ਦੇ ਨਾਲ ਸਾਡੀ ਸੁਰਤ ਟੱਚ ਕਰਦੀ ਹੈ ਨਾ, ਉਦੋਂ ਸੁੱਖ ਪ੍ਰਾਪਤ ਹੁੰਦਾ। ਉਦੋਂ ਸਾਡੇ ਝਮੇਲਿਆਂ ਤੋਂ ਸਾਡਾ ਖਹਿੜਾ ਛੁੱਟਦਾ। ਜਿਹੜੇ ਦੁਨਿਆਵੀ ਝਮੇਲੇ ਆ, ਹਰੇਕ ਇਨਸਾਨ ਨੂੰ ਹੀ ਆ ਝਮੇਲੇ ਦੁਨਿਆਵੀ, ਲੈਣ ਦੇਣ ਦੇ, ਕਾਰੋਬਾਰ ਦੇ, ਖਰਚਿਆਂ ਦੇ ਝਮੇਲੇ ਆ ਨਾ, ਇਹ ਆਉਣ ਜਾਣ ਦੇ, ਇਹ ਸਾਰੇ ਝਮੇਲਿਆਂ ਦੇ ਵਿੱਚੋਂ ਫਿਰ ਮਨ ਨਿਕਲ ਜਾਂਦਾ। ਜਿਤ ਘਰ ਫਿਰ ਵਾਹਿਗੁਰੂ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਫਿਰ ਸਾਰੇ ਪਾਸੇ ਪਸਰਿਆ ਹੋਇਆ, ਸਾਰੇ ਪਾਸੇ ਇੱਕੋ ਹੀ ਦਿਖਦਾ, ਸਾਰਿਆਂ ਦੇ ਵਿੱਚ ਫਿਰ ਰੱਬ ਦੀ ਜੋਤ ਦਿਸਦੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਫਿਰ ਇਹ ਬਿਰਤੀ ਬਣਦੀ ਆ ਇਨਸਾਨ ਦੀ। ਨਹੀਂ ਤਾਂ ਕਹਿੰਦਾ ਜੀ ਤੁਹਾਡੇ ਵਾਲਾ ਉਹ ਆ ਤੇ ਸਾਡੇ ਵਾਲਾ ਆ ਵਾ ਭਾਈ, ਤੁਸੀਂ ਉਹਨੂੰ ਮੰਨਦੇ ਆ ਭਾਈ, ਅਸੀਂ ਇਹਨੂੰ ਮੰਨਦੇ ਆ। ਮੈਂ ਨਾਂ ਵੀ ਲੈ ਦੇਣਾ, ਤੁਸੀਂ ਭਾਈ ਕੋਟਲੇ ਵਾਲੇ ਨੂੰ ਮੰਨਦੇ, ਅਸੀਂ ਤਾਂ ਭਾਈ ਜੰਡ ਵਾਲੇ ਨੂੰ ਮੰਨਦੇ ਆ। ਤੁਸੀਂ ਭਾਈ ਜਰਗ ਵਾਲੀ ਨੂੰ ਮੰਨਦੇ, ਅਸੀਂ ਤਾਂ ਚਿੰਤਾਪੁਰਨੀ ਨੂੰ ਮੰਨਦੇ। ਫਿਰ ਇਹ ਵੱਟਾਂ ਵਿੱਚ ਖੜੀਆਂ ਆਪਣੇ ਆਪ ਹੀ ਅਸੀਂ ਕਰ ਲੈਂਦੇ ਹਾਂ। ਪਰ ਜਦੋਂ ਗੁਰੂ ਦਾ ਗਿਆਨ ਆ ਗਿਆ, ਸੁਰਤ ਸ਼ਬਦ ਦੇ ਨਾਲ ਜੁੜੀ, ਫਿਰ ਇਹ ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਫਿਰ ਉਹਦਾ ਇੱਕੋ ਦਾ ਪਸਾਰਾ ਸਾਰਾ ਸਾਨੂੰ ਇੱਕੋ ਹੀ ਦਿਖਦਾ। ਫਿਰ ਸਾਡੇ ਵਿੱਚੋਂ ਇਹ ਵੱਟਾਂ ਖਤਮ ਹੋ ਜਾਂਦੀਆਂ। ਇਹੀ ਗੁਰਬਾਣੀ ਸਮਝਾਉਂਦੀ ਹੈ। ਇਸੇ ਤਰ੍ਹਾਂ ਹੀ ਆਪਾਂ ਬਾਣੀ ਨੂੰ ਸਮਝ ਕੇ ਭਾਈ ਆਪਣਾ ਜੀਵਨ ਬਸਰ ਕਰਨਾ।
ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਮਾਝ ਮਹੱਲਾ ਪੰਜਵਾਂ। ਇਹ ਵੀ ਮਾਝ ਰਾਗ ਅੰਦਰ ਗੁਰੂ ਅਰਜਨ ਸਾਹਿਬ ਦੀ ਬਾਣੀ ਵਿੱਚੋਂ ਸ਼ਬਦੀ ਹੈ। ਮਹਾਰਾਜ ਕਹਿੰਦੇ ਨੇ ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਕਰ ਸੁਖੀਏ ਮੰਗਲ ਗਾਇਆ। ਹੁਣ ਜਿਹੜੀ ਭੈਣ ਸੁਹਾਗਣ ਭਾਗਣ ਹੈ, ਜਿਹੜੀ ਇੱਕ ਦੋ ਜੀਆਂ ਦੀ ਬਣਦੀ ਆ, ਦੋਨਾਂ ਜੀਆਂ ਦੀ ਪਤੀ ਪਤਨੀ ਦੀ ਬਣਦੀ ਆ, ਉਹ ਇੱਕ ਦੂਜੇ ਦੀ ਸਿਫਤ ਕਰਦੇ ਨੇ। ਬਾਹਰੀ ਧਾਰਨਾ ਇਹ, ਬਾਹਰੀ ਧਾਰਨਾ ਆਪਾਂ ਕਿਉਂ ਲੈਂਦੇ ਹਾਂ? ਇਹ ਤੋਂ ਸੌਖੀ ਸਮਝ ਆ ਜਾਂਦੀ ਹੈ ਜੀ, ਸ਼ਬਦ ਦੀ ਸੌਖਾ ਸਮਝ ਵਿੱਚ ਆ ਜਾਂਦਾ ਵੀ ਜਿਵੇਂ ਪਤੀ ਪਤਨੀ ਦੀ ਪੂਰੀ ਬਣਦੀ ਆ, ਕੋਈ ਨੋਕ ਝੋਕ ਨਹੀਂ ਹੈ, ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਹੀਂ ਹੈ, ਤਾਂ ਇੱਕ ਦੂਜੇ ਦੀ ਸਿਫਤ ਕਰਦੇ ਨੇ। ਇਸੇ ਤਰ੍ਹਾਂ ਹੀ ਕੁਛ ਇਹ ਪੰਕਤੀ ਨੂੰ ਆਪਾਂ ਸਮਝਦੇ ਹਾਂ, ਜਿਤ ਘਰ ਪਿਰ ਸੁਹਾਗ ਬਣਾਇਆ। ਜਿਹੜੀ ਜੀਵ ਆਤਮਾ ਨੇ ਪ੍ਰਭੂ ਪਰਮਾਤਮਾ ਨੂੰ ਆਪਣਾ ਪਤੀ ਪਰਮੇਸ਼ਰ ਮੰਨ ਲਿਆ, ਉਹ ਫਿਰ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦੀ, ਉਹਦੀ ਸਿਫਤ ਸਲਾਹ ਹੀ ਕਰੇਗੀ। ਜਿਹੜੇ ਮਨੁੱਖ ਨੇ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਆ ਤੇ ਗੁਰੂ ਦੀ ਗੱਲ ਮੰਨਣੀ ਸ਼ੁਰੂ ਕਰਤੀ, ਫਿਰ ਉਹ ਅਣਗੌਲੀ ਨਹੀਂ ਕਰਦਾ ਵੀ ਐਂ ਤਾਂ ਲਿਖਿਆ ਹੀ ਹੁੰਦਾ ਜੀ, ਐਂ ਤਾਂ ਸਭ ਕੁਛ ਹੀ ਚੱਲਦਾ, ਬਾਬੇ ਤਾਂ ਕਹਿੰਦੇ ਹੀ ਹੁੰਦੇ ਆ। ਇਹ ਫਿਰ ਇਹ ਗੱਲ ਨਹੀਂ ਕਰਦਾ ਇਨਸਾਨ, ਫਿਰ ਉਹ ਸੱਚ ਕਰਕੇ ਮੰਨਦਾ ਵੀ ਹਾਂ ਸਤਿਗੁਰੂ ਸਾਨੂੰ ਸੱਚ ਕਹਿੰਦੇ ਨੇ, ਸਹੀ ਰਸਤਾ ਦਿਖਾ ਰਹੇ ਨੇ, ਸਹੀ ਰਸਤੇ ਪਾ ਰਹੇ ਨੇ। ਫਿਰ ਉਹਨੂੰ ਵਿਸ਼ਵਾਸ ਬਣ ਜਾਂਦਾ ਗੁਰਬਾਣੀ 'ਤੇ, ਫਿਰ ਉਹ ਸਿਫਤ ਸਲਾਹ ਵਿੱਚ ਉਤਰ ਆਉਂਦਾ, ਬੀਬੀ ਆ ਚਾਹੇ ਭਾਈ ਆ। ਜਿਤ ਕਰ ਪਿਰ ਸੁਹਾਗ ਬਣਾਇਆ, ਤਿਤ ਕਰ ਸਖੀਏ ਮੰਗਲ ਗਾਇਆ। ਫਿਰ ਉਹ ਸਖੀਆਂ ਸਹੇਲੀਆਂ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਗੀਤ ਗਾਇਨ ਕਰਦੀ ਆ ਵੀ ਸਤਿਗੁਰੂ ਐਂ ਕਹਿੰਦੇ ਨੇ, ਸਿਫਤ ਸਲਾਹ ਕਰਦੀ ਆ। ਸਿੱਧੀ ਗੱਲ ਕਰੀਏ, ਉਹ ਜੀਵ ਆਤਮਾ, ਜੀਵ ਇਸਤਰੀ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ, ਫਿਰ ਉਹਦੇ ਗੁਣ ਗਾਉਂਦੀ ਆ। ਉਹਦੇ ਗੁਣ ਜਿਵੇਂ ਆਪਾਂ ਆਮ ਗੱਲ ਕਹਿ ਦਿੰਦੇ ਆ ਵੀ ਇਹ ਤਾਂ ਉਹਦੇ ਹੀ ਗੁਣ ਗਾਉਂਦਾ ਭਾਈ, ਠੀਕ ਆ ਭਾਈ, ਗਾਉਣੇ ਹੀ ਆ। ਸਤਿਗੁਰਾਂ ਨੇ ਸਾਨੂੰ ਕਿਰਪਾ ਕਰਕੇ ਦਾਤ ਦਿੱਤੀ ਆ। ਦੁਬਾਰੇ ਫੇਰ ਪੰਕਤੀ ਪੜ੍ਹਨ ਲੱਗਾ ਜੀ, ਜਿਤ ਕਰ ਪਿਰ ਸੁਹਾਗ ਬਣਾਇਆ,